ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਣਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੇਤ ਗੋਵਿੰਦ ਅਰਾਧੀਐ, ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਚੇਤ ਗੋਵਿੰਦ ਅਰਾਧੀਐ, ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹਿ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ। ਹਰਿ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਹਰਿ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਖਾਲਸਾ, ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ। ਆਪ ਸਰਬੱਤ ਸੰਗਤਾਂ ਬਹੁਤ ਵਡਭਾਗੀ ਹੋ, ਜੋ ਕਿ ਆਪ ਜੀ ਗੁਰਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਕੁਛ ਸਮੇਂ ਦੇ ਲਈ ਜੋ ਅੱਜ ਚੇਤ ਦਾ ਮਹੀਨਾ ਆਰੰਭ ਹੋਇਆ ਹੈ, ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ 12 ਮਾਹ ਦੀ ਬਾਣੀ ਮਾਝ ਰਾਗ ਦੇ ਵਿੱਚ ਉਚਾਰਨ ਕਰਦੇ ਹਨ। ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਇਹ ਚੇਤ ਦੇ ਮਹੀਨੇ ਦੁਆਰਾ ਸਾਨੂੰ ਸਰਬੱਤ ਸੰਗਤਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ, ਜੋ ਸਾਨੂੰ ਸਜੀਵਨ ਸਫਲ ਕਰਨ ਦੇ ਲਈ ਸਤਿਗੁਰੂ ਜੀ ਨੇ ਇਹ ਸਾਨੂੰ ਖਜ਼ਾਨਾ ਬਖਸ਼ਿਆ ਹੈ। ਆਓ ਸਾਧ ਸੰਗਤ ਜੀ, ਆਪਣੇ ਮਨ ਬਿਰਤੀਆਂ ਨੂੰ ਇਕਾਗਰਚਿਤ ਕਰਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਗੱਜ ਕਰਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਚੇਤ ਗੋਵਿੰਦ ਅਰਾਧੀਐ, ਹੋਵੈ ਆਨੰਦ ਘਣਾ। ਜੋ ਚੇਤ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਇਹ ਜੋ ਸਾਡਾ ਮਨੁੱਖਾ ਜਨਮ ਹੈ, ਇਹ ਚੇਤ ਦਾ ਹੀ ਮਹੀਨਾ ਹੈ। ਚੇਤ ਦੇ ਮਹੀਨੇ ਦੁਆਰਾ ਬਚਨ ਕਰਦੇ ਨੇ ਕਿ ਭਾਈ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਅਰਾਧਨਾ ਕਰੀਏ। ਦੁਨੀਆ ਦੇ ਵਿੱਚ ਹਰ ਕੋਈ ਮਨੁੱਖ ਕਿਸੇ ਨਾ ਕਿਸੇ ਨੂੰ ਅਰਾਧ ਰਿਹਾ ਹੈ, ਕਿਸੇ ਨਾ ਕਿਸੇ ਨੂੰ ਯਾਦ ਕਰ ਰਿਹਾ ਹੈ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਮਨ ਦੇ ਭਰਮ ਭੁਲੇਖੇ
ਸ਼ੰਕੇ ਦੂਰ ਕਰਦਿਆਂ ਹੋਇਆਂ ਇਹੋ ਬਚਨ ਕੀਤੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰਨੀ ਹੈ। ਚੇਤ ਗੋਵਿੰਦ, ਗੋ ਨਾਮ ਹੈ ਸ੍ਰਿਸ਼ਟੀ ਦਾ, ਵਿੰਦ ਨਾਮ ਹੈ ਰੱਖਿਆ ਕਰਨ ਦਾ। ਜੋ ਪਰਮਾਤਮਾ ਵਾਹਿਗੁਰੂ ਇਸ ਸ੍ਰਿਸ਼ਟੀ ਦੇ ਉੱਪਰ ਸਭ ਦੀ ਰੱਖਿਆ ਕਰ ਰਿਹਾ ਹੈ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰਨੀ ਹੈ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਨੂੰ ਪੁੱਛੀਏ ਮਹਾਰਾਜ, ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕਰਨ ਦੇ ਨਾਲ ਕੀ ਮਿਲੇਗਾ, ਕੀ ਫਲ ਪ੍ਰਾਪਤ ਹੋਵੇਗਾ? ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਹੋਵੇ ਆਨੰਦ ਘਣਾ। ਕਹਿੰਦੇ ਉਸ ਪਰਮਾਤਮਾ ਦੀ ਆਰਾਧਨਾ ਕਰਨ ਦੇ ਨਾਲ ਘਣਾ ਬਹੁਤ ਜ਼ਿਆਦਾ ਆਨੰਦ ਮਿਲੇਗਾ, ਖੁਸ਼ੀ ਮਿਲੇਗੀ, ਖੇੜਾ ਮਿਲੇਗਾ। ਸਾਧ ਸੰਗਤ ਜੀ, ਅੱਜ ਕੱਲ੍ਹ ਅਸੀਂ ਦੁਨੀਆ ਦੇ ਵਿੱਚ ਖੁਸ਼ੀ ਮਿਲਦੀ ਹੈ, ਬਹੁਤ ਖੁਸ਼ ਹੁੰਦੇ ਹਾਂ, ਪਰ ਉਹ ਜਿਹੜੀ ਖੁਸ਼ੀ ਹੁੰਦੀ ਹੈ ਉਹ ਕੁਛ ਸਮੇਂ ਲਈ ਹੁੰਦੀ ਹੈ, ਕੁਛ ਮਿੰਟਾਂ ਦੀ ਹੁੰਦੀ ਹੈ, ਕੁਛ ਘੰਟਿਆਂ ਲਈ ਹੁੰਦੀ ਹੈ। ਉਸ ਤੋਂ ਬਾਅਦ ਫਿਰ ਸਾਡੇ ਅੰਦਰ ਦੁੱਖ ਪੈਦਾ ਹੁੰਦਾ ਹੈ, ਅਸੀਂ ਦੁਖੀ ਹੁੰਦੇ ਹਾਂ। ਤੇ ਜਿਹੜਾ ਇਹ ਪਰਮਾਤਮਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਗੁਰੂ ਸਾਹਿਬ ਜੀ ਨੇ ਆਨੰਦ ਦੀ ਗੱਲ ਕੀਤੀ ਹੈ ਨਾ, ਇਹ ਐਸਾ ਆਨੰਦ ਹੈ ਕਿ ਭਾਈ ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਐਸਾ ਆਨੰਦ ਬਣੇਗਾ ਕਿ ਕਦੀ ਵੀ ਮਨ ਦੇ ਵਿੱਚ ਕੋਈ ਚਿੰਤਾ, ਕੋਈ ਝੌਰਾ, ਕੋਈ ਫਿਕਰ ਨਹੀਂ ਹੋਵੇਗਾ। ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਬਚਨ ਕਰਦੇ ਹਨ, ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹ ਜਦੋਂ ਆਨੰਦ ਮਿਲਦਾ ਹੈ ਨਾ, ਗੁਰੂ ਦੇ ਕੋਲੋਂ ਬਖਸ਼ਿਸ਼ ਹੁੰਦੀ ਹੈ, ਤੇ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਦੇ ਪਿਆਰਿਆਂ ਦੀ ਐਸੀ ਅਵਸਥਾ ਬਣ ਜਾਂਦੀ ਕਿ ਹੇ ਵਾਹਿਗੁਰੂ, ਜੇ ਤੂੰ ਸਾਨੂੰ ਸੁੱਖ ਦੇ ਰਿਹਾ ਹੈ ਤੇ ਤਾਂ ਵੀ ਅਸੀਂ ਤੇਰੀ ਆਰਾਧਨਾ ਕਰਨੀ ਹੈ। ਜੇ ਕਿਤੇ ਜ਼ਿੰਦਗੀ ਦੇ ਵਿੱਚ ਚੱਲਦਿਆਂ ਹੋਇਆਂ ਕਿਤੇ ਐਸਾ ਮੋੜ ਆ ਗਿਆ ਹੈ, ਕਿਤੇ ਦੁੱਖ ਆ ਗਿਆ ਹੈ, ਕਿਤੇ ਮੁਸੀਬਤ ਬਣ ਗਈ ਹੈ, ਇਹ ਨਹੀਂ ਕਿ ਤੇਰਾ ਪੱਲਾ ਛੱਡ ਕੇ, ਤੇਰੀ ਆਰਾਧਨਾ ਛੱਡ ਕੇ ਅਸੀਂ ਥਾਂ ਥਾਂ ਤੇ ਭਟਕਾਂਗੇ, ਨਹੀਂ। ਦੁੱਖ ਭੀ ਤੁਝੈ ਧਿਆਈ, ਉਸ ਦੁੱਖ ਦੇ ਵਿੱਚ ਵੀ ਪਰਮਾਤਮਾ ਤੈਨੂੰ ਹੀ ਧਿਆਉਣਾ ਹੈ, ਤੇਰੀ ਹੀ ਆਰਾਧਨਾ ਕਰਨੀ ਹੈ। ਜੇ ਇੱਥੋਂ ਤੱਕ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇੰਨਾ ਜ਼ਿਆਦਾ ਵੀ ਦੁੱਖ ਆ ਜਾਵੇ ਤੇ ਉਸ ਦੁੱਖ ਨੂੰ ਵੀ ਸੁੱਖ ਕਰਕੇ ਹੀ ਮੰਨਾਂਗੇ, ਉਸ ਨੂੰ ਵੀ ਸੁੱਖ ਕਰਕੇ ਜਾਣਾਂਗੇ। ਇਹ ਐਸਾ ਆਨੰਦ ਹੈ ਕਿ ਸਾਹਮਣੇ ਮੌਤ ਖੜੀ ਹੋਵੇ ਤੇ ਤਾਂ ਵੀ ਅੰਦਰ ਖੁਸ਼ੀ ਹੈ, ਤਾਂ ਵੀ ਖੇੜਾ ਹੈ, ਤਾਂ ਵੀ ਆਨੰਦ ਹੀ ਆਨੰਦ ਹੈ। ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਤਿਆਰ ਕੀਤਾ ਹੈ, ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਦੋਵਾਂ ਦਲਾਂ ਦੇ ਵਿੱਚ ਫੌਜਾਂ ਤਿਆਰ ਕਰਕੇ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਦੁਸ਼ਮਣਾਂ ਦੇ ਉੱਪਰ ਹੱਲਾ ਬੋਲਣ ਦੇ ਲਈ, ਦੁਸ਼ਮਣਾਂ ਨੂੰ ਮਾਰਨ ਦੇ ਲਈ, ਦੁਸ਼ਮਣਾਂ ਦੇ ਜਿਹੜੇ ਜ਼ੁਲਮ ਕਰ ਰਹੇ ਸੀ ਉਸ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰੂ ਸਾਹਿਬ ਜੀ ਨੇ ਐਸੇ ਮਹਾਬਲੀ ਯੋਧੇ ਸਿੰਘ ਸੂਰਮੇ ਤਿਆਰ ਕਰ ਦਿੱਤੇ, ਜਿਨ੍ਹਾਂ ਨੇ ਹੱਸ ਹੱਸ ਕੇ ਜਾਨਾਂ ਵਾਰੀਆਂ ਨੇ, ਜਿਨ੍ਹਾਂ ਨੇ ਮੌਤ ਨੂੰ ਮਖੌਲਾਂ ਕੀਤੀਆਂ ਨੇ। ਐਸਾ ਉਹਨਾਂ ਗੁਰੂ ਦੇ ਪਿਆਰੇ ਨੂੰ ਆਨੰਦ ਮਿਲਿਆ ਕਿ ਜਿਹੜਾ ਮੌਤ ਆਉਣ 'ਤੇ ਵੀ, ਮੌਤ ਸਾਹਮਣੇ ਵੇਖ ਕੇ ਵੀ ਉਹ ਆਨੰਦ ਖਤਮ ਨਹੀਂ ਹੋਇਆ। ਸੋ ਸਾਧ ਸੰਗਤ ਜੀ, ਐਸਾ ਜਿਹੜਾ ਆਨੰਦ ਹੈ ਨਾ, ਇਹ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰਨ ਦੇ ਨਾਲ, ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰਨ ਦੇ ਨਾਲ ਐਸਾ ਜਿਹੜਾ ਆਨੰਦ ਮਿਲਦਾ ਹੈ। ਹੋਰ ਦੁਨੀਆ ਦੇ ਆਨੰਦ, ਦੁਨੀਆ ਦੇ ਖੁਸ਼ੀ ਖੇੜੇ ਬਹੁਤ ਨੇ, ਪਰ ਉਹ ਕੁਛ ਸਮੇਂ ਦੇ ਲਈ ਹੁੰਦੇ ਨੇ। ਇਹ ਜਿਹੜਾ ਆਨੰਦ ਹੈ ਨਾ, ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਗੁਰੂ ਦੇ ਕੋਲੋਂ ਬਖਸ਼ਿਸ਼ ਮਿਲਦੀ ਹੈ, ਇਹ ਗੁਰੂ ਦੇ ਕੋਲੋਂ ਆਨੰਦ ਮਿਲਦਾ ਹੈ, ਤੇ ਜਿਹੜਾ ਬਾਅਦ ਵਿੱਚ ਇਹ ਘਟਦਾ ਨਹੀਂ। ਐਸੇ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ ਨੇ ਕਿ ਭਾਈ, ਜੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਤੇ ਆਪਣੇ ਇਸ ਜੀਵਨ ਦੇ ਵਿੱਚ, ਆਪਣੀ ਇਸ ਜ਼ਿੰਦਗੀ ਦੇ ਵਿੱਚ ਉਸ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰ, ਤੇ ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋਣਗੀਆਂ, ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਹੀ ਖੇੜਾ, ਆਨੰਦ ਹੀ ਆਨੰਦ ਤੈਨੂੰ ਮਿਲੇਗਾ। ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਗੁਰੂ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਇਹ ਆਨੰਦ ਇਹ ਮਿਲਦਾ ਕਿਵੇਂ ਹੈ, ਇਹ ਅਸੀਂ ਆਰਾਧਨਾ ਕਿਵੇਂ ਕਰੀਏ, ਕਿਵੇਂ ਆਰਾਧਨਾ ਹੋਵੇਗੀ? ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਭਾਈ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਹਿੰਦੇ ਜਿਹੜੇ ਸੰਤ ਜਨ ਨੇ
ਉਸ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਜਿਹੜੇ ਅਭੇਦ ਹੋਏ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਐਸੇ ਜਿਹੜੇ ਸੰਤ ਮਹਾਤਮਾ ਨੇ, ਐਸੇ ਗੁਰੂ ਦੇ ਪਿਆਰੇ ਨੇ, ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਬੈਠ, ਉਹਨਾਂ ਦੇ ਨਾਲ ਮਿਲ ਕਰਕੇ ਬੈਠ, ਤੇ ਉਹਨਾਂ ਦੀ ਸੰਗਤ ਦੇ ਵਿੱਚੋਂ ਹੀ ਤੈਨੂੰ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਤੇ ਅਗਲਾ ਬਚਨ ਜੋ ਗੁਰੂ ਸਾਹਿਬ ਜੀ ਨੇ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਰਸਨਾ ਨਾਮ ਭਣਾ। ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਬੈਠ ਕਰਕੇ ਆਪਣੀ ਰਸਨਾ ਦੇ ਨਾਲ, ਆਪਣੀ ਜੀਭਾ ਦੇ ਨਾਲ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਤੇ ਸਾਧ ਸੰਗਤ ਜੀ, ਇਹ ਜੋ ਰਸਨਾ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੀ ਹੈ, ਤੇ ਗੁਰੂ ਸਾਹਿਬ ਮਹਾਰਾਜ ਸਤਿਗੁਰੂ ਜੀ ਕਿਰਪਾ ਕਰਦੇ ਨੇ ਬਾਣੀ ਦੇ ਵਿੱਚ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਮਹਾਰਾਜ ਕਹਿੰਦੇ ਉਹ ਰਸਨਾ ਧਨਤਾ ਦੇ ਯੋਗ ਹੈ, ਉਹ ਧਨ ਹੈ ਜਿਹੜੀ ਰਸਨਾ, ਜਿਹੜੀ ਜੀਭਾ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਗੁਣ ਗਾ ਰਹੀ ਹੈ। ਜਿਹੜੀ ਰਸਨਾ, ਜਿਹੜੀ ਜੀਭਾ ਪਰਮਾਤਮਾ ਦਾ ਨਾਮ ਜਪ ਰਹੀ ਹੈ ਨਾ, ਉਹ ਭਾਈ ਧਨਤਾ ਦੇ ਯੋਗ ਹੈ, ਉਹ ਧਨ ਹੈ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ, ਕਹਿੰਦੇ ਜਿਹੜੀ ਰਸਨਾ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਜਪਦੀ, ਮਹਾਰਾਜ ਕਹਿੰਦੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਐ। ਭਾਈ ਰਸਨਾ ਜੇ ਦਿੱਤੀ ਹੈ, ਇਹ ਨਿਰੀਆਂ ਗੱਲਾਂ ਮਾਰਨ ਦੇ ਲਈ ਨਹੀਂ ਦਿੱਤੀ, ਇਹ ਪਰਮਾਤਮਾ ਦਾ ਨਾਮ ਵੀ ਜਪਣਾ ਪੈਣਾ ਹੈ। ਤੇ ਸਹਿਸਕ੍ਰਿਤੀ ਦੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਜੇਬੇ ਹੇ ਰਸਗੇ ਮਦਰ ਪਰੇ ਤੋਇੰ। ਮਹਾਰਾਜ ਕਹਿੰਦੇ ਹੇ ਜੀਭਾ, ਤੂੰ ਸਾਰੇ ਹੀ ਰਸ ਜਾਣਦੀ ਹੈ, ਬਹੁਤ ਤੂੰ ਚਸਕੇ ਲਾਉਂਦੀ ਹੈ, ਤੇ ਤੈਨੂੰ ਜਿਹੜੇ ਬਹੁਤ ਮਿੱਠੇ ਜਿਹੜੇ ਪਦਾਰਥ ਮਿੱਠੇ ਜਿਹੜੇ ਹੈ ਨਾ, ਉਹ ਚੰਗੇ ਲੱਗਦੇ ਨੇ। ਇਸ ਕਰਕੇ ਸਤ ਹਤੰ ਪਰਮ ਬਾਦੰ, ਅਵਰਤ ਇਥੈ ਸੁਧ ਅਸ਼ਰਨ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਜਿਹੜੀ ਜੀਭਾ ਹੈ, ਇਹ ਸਮਝ ਲਓ ਕਿ ਜਦੋਂ ਪਰਮਾਤਮਾ ਵਾਹਿਗੁਰੂ ਦੇ ਨਾਮ ਜਪਣ ਵੱਲੋਂ ਐਵੇਂ ਲੱਗਦਾ ਕਿ ਜਿਵੇਂ ਇਹ ਜੀਭਾ ਮਾਰੀ ਗਈ ਹੋਵੇ, ਇਸ ਦੇ ਵਿੱਚ ਕੋਈ ਸਤਾ ਹੀ ਨਹੀਂ ਹੈ, ਕੋਈ ਜਾਨ ਹੀ ਨਹੀਂ ਹੈ। ਤੇ ਜਦੋਂ ਇਸ ਨੇ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੋਵੇ, ਲੜਾਈ ਝਗੜਾ ਕਰਨਾ ਹੋਵੇ, ਤੇ ਫਿਰ ਇਹ ਜੀਭਾ ਥੱਕਦੀ ਨਹੀਂ ਹੈ, ਫਿਰ ਬਹੁਤ ਜ਼ਿਆਦਾ ਗੱਲਾਂ ਆਉਂਦੀਆਂ ਨੇ, ਬਹੁਤ ਲੜਾਈ ਹੁੰਦੀ ਹੈ, ਝਗੜਾ ਹੁੰਦਾ ਹੈ। ਤੇ ਜਿਸ ਕਰਕੇ ਪਰਮਾਤਮਾ ਵਾਹਿਗੁਰੂ ਦੇ ਨਾਮ ਜਪਣ ਦੇ ਵੱਲੋਂ ਇਸ ਨੂੰ ਮੌਤ ਪੈ ਜਾਂਦੀ ਹੈ। ਮਹਾਰਾਜ ਕਹਿੰਦੇ ਭਾਈ ਆਪਣੀ ਰਸਨਾ ਦੇ ਨਾਲ, ਆਪਣੀ ਜੀਭਾ ਦੇ ਨਾਲ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣਾ ਹੈ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਕਹਿੰਦੇ ਭਾਈ ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਹੈ ਨਾ, ਜਿਹੜੇ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਅਭੇਦ ਹੋ ਗਏ ਨੇ, ਆਏ ਤਿਸ ਹੈ ਗਣਾ। ਕਹਿੰਦੇ ਭਾਈ ਆਇਆ ਹੋਇਆ ਉਹਨਾਂ ਦਾ ਹੀ ਇੱਥੇ ਸਫਲਾ ਹੋਇਆ ਏ। ਬਾਕੀ ਇਹ ਸੰਸਾਰ ਦੇ ਵਿੱਚ ਜਿਹੜੇ ਆਏ ਨੇ, ਉਹ ਦੁਨੀਆਦਾਰੀ ਦੇ ਵਿੱਚ ਫਸ ਕੇ ਰਹਿ ਗਏ ਨੇ, ਉਹਨਾਂ ਨੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਨਹੀਂ ਕੀਤਾ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਗੁਰੂ ਦੇ ਪਿਆਰਿਆਂ ਦੀ ਸੰਗਤ ਕੀਤੀ ਹੈ, ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਬਚਨ ਵੀ ਕਰਦੇ ਹਨ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਕਿ ਐਸੇ ਗੁਰੂ ਦੇ ਪਿਆਰੇ ਜਿਨ੍ਹਾਂ ਦੇ ਨਾਲ ਬੈਠ ਕਰਕੇ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ, ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ, ਤੇ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਨੇ, ਜਿਹੜੇ ਪਾਪ ਨੇ, ਉਹ ਸਾਰੇ ਦੂਰ ਹੋ ਜਾਂਦੇ ਨੇ। ਐਸੀ ਸਤਿਗੁਰੂ ਜੀ ਕਿਰਪਾ ਕਰਦੇ ਨੇ। ਇਸ ਕਰਕੇ ਆਇਆ ਹੋਇਆ ਉਹਨਾਂ ਦਾ ਹੀ ਸਫਲਾ ਹੈ, ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਏ ਨੇ, ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਤੇ ਪਰਮਾਤਮਾ ਵਾਹਿਗੁਰੂ ਤੋਂ ਬਿਨਾ ਇੱਕ ਛਿਨ ਵੀ ਜਿਹੜਾ ਜੀਵਣਾ ਹੈ ਨਾ, ਜਿਹੜੀ ਜ਼ਿੰਦਗੀ ਬਤੀਤ ਕਰਨੀ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਬਿਰਥਾ ਜਨਮ ਜਣਾ। ਭਾਈ ਉਹ ਵਿਅਰਥ ਹੈ, ਉਹ ਵਿਅਰਥ ਹੈ। ਜੇ ਪਰਮਾਤਮਾ ਵਾਹਿਗੁਰੂ ਤੋਂ ਬਿਨਾ ਅਸੀਂ ਇੱਕ ਵੀ ਸਵਾਸ ਲੈਂਦੇ ਹਾਂ, ਉਹ ਸਮਝੋ ਕਿ ਵਿਅਰਥ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਕਿਰਪਾ ਕੀਤੀ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹਿੰਦੇ ਜੇ ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ, ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੋਇਆ,
ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ ਤੇ ਇਹ ਜਿਹੜਾ ਤੇਰਾ ਜਨਮ ਹੈ ਨਾ, ਇਹ ਸਾਰਾ ਹੀ ਵਿਅਰਥ ਚਲਿਆ ਜਾਵੇਗਾ। ਇਸ ਕਰਕੇ ਉਸ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਸਤੇ ਹੀ ਅਸੀਂ ਇਸ ਦੁਨੀਆ ਦੇ ਵਿੱਚ ਆਏ ਹਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਹੀ ਅਸੀਂ ਆਪਣਾ ਮਨੁੱਖਾ ਜਨਮ ਜਿਹੜਾ ਇਹ ਸਫਲਾ ਕਰ ਸਕਦੇ ਹਾਂ। ਨਹੀਂ ਤਾਂ ਇਹ ਜਿਹੜਾ ਜਨਮ ਸਾਨੂੰ ਮਿਲਿਆ ਹੈ, ਦੁਨੀਆਦਾਰੀ ਨਿਭਾਉਂਦੇ ਹਾਂ, ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹਾਂ, ਇਸੇ ਤਰ੍ਹਾਂ ਜਿਹੜਾ ਜਨਮ ਇਹ ਵਿਅਰਥ ਹੀ ਚਲਿਆ ਜਾਵੇਗਾ, ਸਫਲਾ ਨਹੀਂ ਹੋਵੇਗਾ। ਇਸ ਕਰਕੇ ਭਾਈ ਉਹਨਾਂ ਦਾ ਹੀ ਇਹ ਜੀਵਨ ਜਿਹੜਾ ਸਫਲਾ ਹੁੰਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਜੁੜ ਕੇ ਸਿਫਤ ਸਲਾਹ ਕੀਤੀ ਹੈ। ਤੇ ਉਸ ਪਰਮਾਤਮਾ ਤੋਂ ਬਿਨਾਂ ਇੱਕ ਛਿਨ ਵੀ ਜਿਹੜਾ ਬਤੀਤ ਕਰਨਾ ਸਮਝੋ ਵਿਅਰਥ ਹੈ। ਤੇ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਹਰ ਬਿਸਰਤ ਸਦਾ ਖੁਆਰੀ। ਹਰੀ ਪਰਮਾਤਮਾ ਨੂੰ ਵਿਸਾਰ ਕੇ ਦੂਰ ਕਰਕੇ ਸਦਾ ਹੀ ਖੱਜਲ ਖੁਆਰ ਹੋਈਦਾ ਹੈ। ਕਿਤੇ ਵੀ ਢੋਈ ਨਹੀਂ ਮਿਲਦੀ, ਕਿਤੇ ਵੀ ਟਿਕਾ ਨਹੀਂ ਮਿਲਦਾ, ਕਿਤੇ ਵੀ ਸ਼ਾਂਤੀ ਨਹੀਂ ਮਿਲਦੀ, ਹਮੇਸ਼ਾ ਹੀ ਖੱਜਲ ਖੁਆਰੀ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਐਸਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਜਿਹੜਾ ਜਲ ਥਲ ਮਹੀਲ ਪੂਰਿਆ, ਕਹਿੰਦੇ ਜਲ ਕਹਿੰਦੇ ਪਾਣੀ ਦੇ ਵਿੱਚ ਵੀ, ਥਲ ਕਹਿੰਦੇ ਖੁਸ਼ਕ ਥਾਂ ਤੇ ਵੀ, ਮਹੀ ਅਲ ਕਹਿੰਦੇ ਮਹੀ ਧਰਤੀ ਤੇ ਵੀ, ਤੇ ਅਲ ਆਕਾਸ਼ ਦੇ ਵਿੱਚ ਵੀ। ਉਹ ਪਰਮਾਤਮਾ ਸਾਰੇ ਥਾਂ ਤੇ ਪਰਿਪੂਰਨ ਵਰਤ ਰਿਹਾ ਹੈ। ਤੇ ਰਵਿਆ ਵਿੱਚ ਵਣਾ, ਤੇ ਜੰਗਲਾਂ ਦੇ ਵਿੱਚ ਵੀ, ਬਨਸਪਤੀ ਦੇ ਵਿੱਚ ਵੀ, ਹਰ ਇੱਕ ਥਾਂ ਤੇ ਉਹ ਪਰਮਾਤਮਾ ਵਾਹਿਗੁਰੂ ਮੌਜੂਦ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ, ਅਣਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਉਹ ਪਰਮਾਤਮਾ ਸਭ ਥਾਂ ਤੇ ਮੌਜੂਦ ਹੈ। ਕਹਿੰਦੇ ਜਲ ਥਲ ਮਹੀ ਅਲ ਪੂਰਿਆ, ਕਹਿੰਦੇ ਜਲ ਕਹਿੰਦੇ ਨੇ ਗਿਆਨ ਇੰਦਰੀਆਂ ਦੇ ਵਿੱਚ, ਥਲ ਕਹਿੰਦੇ ਨੇ ਕਰਮ ਇੰਦਰੀਆਂ ਦੇ ਵਿੱਚ, ਮਹੀ ਅਲ ਕਹਿੰਦੇ ਸਥੂਲ ਦੇਹੀ ਦੇ ਵਿੱਚ, ਅਲ ਕਹਿੰਦੇ ਆਕਾਸ਼ ਦੀ ਨਿਆਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਭਾਈ ਇਸੇ ਤਰ੍ਹਾਂ ਅੰਤਸ਼ਕਰਨ ਦੇ ਵਿੱਚ ਵੀ ਉਹ ਸਭ ਥਾਵਾਂ ਤੇ ਪਰਿਪੂਰਨ ਹੈ। ਅਤੇ ਰਵਿਆ ਵਿੱਚ ਵਣਾ, ਰਵਿਆ ਕਹਿੰਦੇ ਇਹ ਜਿਹੜਾ ਸੰਸਾਰ ਰੂਪੀ ਜੰਗਲ ਹੈ ਨਾ, ਇਹ ਪਰਮਾਤਮਾ ਸੰਸਾਰ ਰੂਪੀ ਜੰਗਲ ਦੇ ਵਿੱਚ ਵੀ ਪਰਿਪੂਰਨ ਵਰਤ ਰਿਹਾ ਹੈ। ਐਸਾ ਜੋ ਪਰਮਾਤਮਾ ਵਾਹਿਗੁਰੂ ਹੈ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਕਹਿੰਦੇ ਸੋ ਪ੍ਰਭ, ਐਸਾ ਜਿਹੜਾ ਪਰਮਾਤਮਾ ਸਭ ਥਾਵਾਂ ਤੇ ਮੌਜੂਦ ਹੈ, ਐਸਾ ਜਿਹੜਾ ਪਰਮਾਤਮਾ ਵਾਹਿਗੁਰੂ ਹੈ, ਉਹ ਸਾਨੂੰ ਚੇਤੇ ਨਹੀਂ ਆਉਂਦਾ, ਅਸੀਂ ਉਸ ਨੂੰ ਚੇਤੇ ਨਹੀਂ ਕਰਦੇ। ਇਸ ਕਰਕੇ ਕਿਤੜਾ ਦੁੱਖ ਗਣਾ, ਅਸੀਂ ਉਸ ਨੂੰ ਚੇਤੇ ਨਹੀਂ ਕੀਤਾ, ਜਿਸ ਕਰਕੇ ਇਹ ਜਿਹੜਾ ਸਾਨੂੰ ਦੁੱਖ ਮਿਲ ਰਿਹਾ ਹੈ ਨਾ, ਇਸ ਦੀ ਕੋਈ ਗਿਣਤੀ ਨਹੀਂ ਹੈ। ਇਹ 4 ਚੁਫੇਰੇ ਤੋਂ ਦੁੱਖ ਮਿਲ ਰਹੇ ਨੇ। ਮੌਤ ਤੋਂ ਬਾਅਦ ਵੀ ਅਸੀਂ ਦੁੱਖਾਂ ਦੇ ਘੇਰੇ ਦੇ ਵਿੱਚ ਫਸ ਜਾਵਾਂਗੇ, 84 ਦੇ ਗੇੜੇ ਵਿੱਚ ਪੈ ਜਾਵਾਂਗੇ, ਕੋਈ ਗਿਣਤੀ ਮਿਣਤੀ ਨਹੀਂ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਸੋ ਪ੍ਰਭ ਚਿਤ ਨ ਆਵੀ, ਐਸੇ ਪਰਮਾਤਮਾ ਵਾਹਿਗੁਰੂ ਨੂੰ ਅਸੀਂ ਚੇਤੇ ਨਹੀਂ ਕਰਦੇ, ਉਹ ਸਾਡੇ ਹਿਰਦੇ ਦੇ ਵਿੱਚ ਯਾਦ ਹੀ ਨਹੀਂ ਹੈ। ਅਸੀਂ ਕਹਿ ਤਾਂ ਦਿੰਦੇ ਕਿ ਪਰਮਾਤਮਾ ਵਾਹਿਗੁਰੂ ਸਾਡੇ ਅੰਦਰ ਮੌਜੂਦ ਹੈ, ਸਾਡੇ ਅੰਦਰ ਸਾਡੇ ਵਿੱਚ ਹੈ, ਤੇ ਸਾਧ ਸੰਗਤ ਜੀ, ਪਰ ਅਸੀਂ ਉਸ ਪਰਮਾਤਮਾ ਨੂੰ ਕਦੀ ਯਾਦ ਹੀ ਨਹੀਂ ਕੀਤਾ, ਕਦੀ ਉਸ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ। ਤੇ ਫਿਰ ਅਸੀਂ ਕਿਵੇਂ ਕਹਿ ਦੇਵਾਂਗੇ ਕਿ ਪਰਮਾਤਮਾ ਸਾਡੇ ਅੰਦਰ ਮੌਜੂਦ ਹੈ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਾਈ, ਬਹੁਤ ਭਾਰੀ ਜਿਹੜਾ ਦੁੱਖ ਲੱਗਦਾ ਹੈ, ਜਿਹੜਾ ਗਿਣਿਆ ਮਿਣਿਆ ਨਹੀਂ ਜਾ ਸਕਦਾ। ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਐਸੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰੀਏ, ਚੇਤੇ ਕਰੀਏ। ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ। ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ, ਜਿਹੜੀਆਂ ਮਹਾਨ ਨਾਮ ਜਪਣ ਵਾਲੀਆਂ ਰੂਹਾਂ ਹਨ, ਜਿਨ੍ਹਾਂ ਨੇ ਐਸੇ ਪਰਿਪੂਰਨ ਪਰਮਾਤਮਾ ਨੂੰ ਪਾ ਲਿਆ ਹੈ, ਜਿਹੜੇ ਐਸੇ ਪਰਮਾਤਮਾ ਦੇ ਨਾਲ ਇਕਮਿਕ ਹੋ ਗਏ ਨੇ, ਜਿਨ੍ਹਾਂ ਨੇ ਐਸੇ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਤੇ ਸਤਿਗੁਰੂ ਜੀ ਕਹਿੰਦੇ ਤਿੰਨਾ ਭਾਗ ਮਣਾ। ਕਹਿੰਦੇ ਉਹਨਾਂ ਦੇ ਬਹੁਤ ਹੀ ਵੱਡੇ ਭਾਗ ਨੇ, ਵੱਡੇ ਭਾਗ ਹਨ ਤੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ। ਬਾਕੀ ਸਭ ਦੁਨੀਆ ਦੇ ਵਿੱਚ ਇੱਧਰ ਉੱਧਰ ਭਟਕ ਰਹੇ ਨੇ। ਬਹੁਤ ਜ਼ਿਆਦਾ ਉਹਨਾਂ ਦੇ ਵੱਡੇ ਭਾਗ ਨਹੀਂ,
ਉਹਨਾਂ ਦੇ ਵੱਡੇ ਭਾਗ ਨੇ ਗੁਰੂ ਦੇ ਪਿਆਰਿਆਂ ਦੇ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਨੇ। ਸਤਿਗੁਰੂ ਜੀ ਕਿਰਪਾ ਵੀ ਕਰਦੇ ਨੇ। ਸਭ ਤੋਂ ਵੱਡੇ ਭਾਗ ਕਹਿੰਦੇ ਗੁਰਸਿੱਖਾਂ ਕੇ, ਇਹ ਗੁਰਸਿੱਖਾਂ ਦੇ ਵੱਡੇ ਭਾਗ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਿ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਦੇ ਨੇ, ਪਰਮਾਤਮਾ ਦਾ ਨਾਮ ਜਪਦੇ ਨੇ, ਕਰ ਇਸ਼ਨਾਨ। ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਐਸੇ ਗੁਰੂ ਦੇ ਪਿਆਰੇ ਜਿਹੜੇ ਨਾਮ ਜਪਦੇ ਨੇ, ਇਸ਼ਨਾਨ ਪਾਨ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਨੇ, ਉਹਨਾਂ ਦੇ ਬੜੇ ਵੱਡੇ ਭਾਗ ਹਨ। ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਭਾਈ। ਐਸੇ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਜੁੜਨਾ ਕੀਤਾ, ਉਹਨਾਂ ਦੇ ਬਹੁਤ ਵੱਡੇ ਭਾਗ ਹਨ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਤੇ ਹਰੀ ਪਰਮਾਤਮਾ ਵਾਹਿਗੁਰੂ ਦੇ ਦਰਸ਼ਨਾਂ ਨੂੰ ਗੁਰੂ ਦੇ ਪਿਆਰਿਆਂ ਦਾ ਮਨ ਲੋਚਦਾ ਹੈ। ਹਰ ਇੱਕ ਦਾ ਮਨ ਨਹੀਂ ਲੋਚਦਾ। ਦੁਨੀਆ ਦੇ ਵਿੱਚ ਕਿਸੇ ਦਾ ਮਨ ਪੈਸੇ ਤੇ ਲੋਚ ਰਿਹਾ ਹੈ, ਕਿਸੇ ਨੂੰ ਕੋਈ ਤਾਂਘ ਹੈ, ਕਿਸੇ ਨੂੰ ਕੋਈ ਇੱਛਾ ਹੈ, ਪਰ ਗੁਰੂ ਦੇ ਪਿਆਰਿਆਂ ਦੇ ਮਨ ਦੇ ਵਿੱਚ ਇੱਕੋ ਇੱਕ ਇੱਛਾ ਹੈ ਕਿ ਪਰਮਾਤਮਾ ਵਾਹਿਗੁਰੂ ਦੇ ਦਰਸ਼ਨ ਦਿਦਾਰੇ ਹੋ ਜਾਣ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸਤਿਗੁਰੂ ਜੀ ਕਿਰਪਾ ਕਰਦੇ ਨੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਦਰਸ਼ਨਾਂ ਦੀ ਕਿੰਨੀ ਲੋਚਾ ਹੈ, ਦਰਸ਼ਨਾਂ ਦੀ ਕਿੰਨੀ ਤਾਂਘ ਹੈ। ਤੇ ਅੱਜ ਵੀ ਸਾਧ ਸੰਗਤ ਜੀ ਐਸੇ ਗੁਰਸਿੱਖ ਗੁਰੂ ਦੇ ਪਿਆਰੇ ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਚਿਰ ਤੱਕ ਨਿਤ ਨੇਮ ਨਾ ਕਰ ਲੈਣ, ਜਿੰਨਾ ਸਮੇਂ ਤੱਕ ਗੁਰੂ ਦੇ ਦਰਸ਼ਨ ਦਿਦਾਰੇ ਨਾ ਕਰ ਆਉਣ, ਉਹਨਾਂ ਦੇ ਮਨ ਦੇ ਵਿੱਚ ਧੀਰਜ ਨਹੀਂ ਆਉਂਦੀ। ਉਹਨਾਂ ਨੂੰ ਐਵੇਂ ਲੱਗਦਾ ਕਿ ਜਿਵੇਂ ਸਰੀਰ ਬਹੁਤ ਵੱਡਾ ਇਹਦੇ ਵਿੱਚ ਰੋਗ ਪੈਦਾ ਹੋ ਗਿਆ ਹੈ। ਜਦੋਂ ਤੱਕ ਗੁਰੂ ਦੇ ਦਰਸ਼ਨ ਨਾ ਕਰ ਲੈਣ, ਉਹਨਾਂ ਨੂੰ ਸਾਧ ਸੰਗਤ ਜੀ ਕਿਤੇ ਹੌਸਲਾ ਨਹੀਂ ਮਿਲਦਾ, ਉਹਨਾਂ ਨੂੰ ਧੀਰਜ ਨਹੀਂ ਮਿਲਦੀ। ਅੱਜ ਵੀ ਗੁਰੂ ਦੇ ਪਿਆਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ। ਤੇ ਸਾਧ ਸੰਗਤ ਜੀ ਅੱਜ ਸਾਨੂੰ ਇਹ ਚਾਹੀਦਾ ਵੀ ਹੈ, ਗੁਰੂ ਦੇ ਸਿੱਖ ਦਾ ਫਰਜ਼ ਹੈ ਕਿ ਆਪਣੇ ਘਰ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਦਿਦਾਰ ਕਰੇ, ਗੁਰੂ ਦੀ ਸੰਗਤ ਕਰੇ, ਅਰਦਾਸ ਦੇ ਵਿੱਚ ਹਾਜ਼ਰੀ ਭਰੇ। ਤੇ ਸਾਧ ਸੰਗਤ ਜੀ ਤਾਂ ਹੀ ਇਹ ਮਨੁੱਖਾ ਜੀਵਨ ਜਿਹੜਾ ਹੈ ਨਾ, ਇਹ ਸਫਲ ਹੋਣਾ ਹੈ। ਇਸ ਕਰਕੇ ਗੁਰੂ ਦੇ ਪਿਆਰਿਆਂ ਦੇ ਪ੍ਰਤੀ ਇਹ ਬਚਨ ਕਰ ਰਹੇ ਨੇ ਮਹਾਰਾਜ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਇਹ ਦਰਸ਼ਨਾਂ ਦੀ ਪਿਆਸ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ ਇਹ ਦਰਸ਼ਨਾਂ ਦੀ ਜਿਹੜੀ ਤਾਂਘ ਲੱਗੀ ਹੈ ਨਾ, ਕਿਰਪਾ ਕਰੋ ਮਹਾਰਾਜ, ਇਹ ਮੇਰੇ ਮਨ ਦੀ ਤਾਂਘ ਪੂਰੀ ਕਰ ਦਿਓ, ਬੜੀ ਲੋਚਾ ਹੈ। ਤੇ ਕਸ਼ਮੀਰ ਦੇ ਵਿੱਚ ਮਾਈ ਭਾਗ ਭਰੀ ਸੀ, ਜਿਹੜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰ ਰਹੀ ਸੀ ਕਿ ਸੱਚੇ ਪਾਤਸ਼ਾਹ ਆਣ ਕੇ ਮੈਨੂੰ ਦਰਸ਼ਨ ਦਿਓ, ਮੇਰਾ ਬਜ਼ੁਰਗ ਸਰੀਰ ਹੈ, ਮੈਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਆ ਸਕਦੀ। ਤੇ ਪਿੰਡ ਦੇ ਲੋਕ ਮਖੌਲ ਕਰਦੇ ਸੀ ਕਿ ਗੁਰੂ ਸਾਹਿਬ ਜੀ ਇੰਨੇ ਆਪਣੇ ਸਿੱਖਾਂ ਦੇ ਸਮੇਤ ਆਪਣੇ ਯੋਧਿਆਂ ਦੇ ਨਾਲ ਗੁਰੂ ਸਾਹਿਬ ਜੀ ਚੱਲ ਕੇ ਪਹਾੜੀ ਰਸਤਾ ਲੰਘ ਕੇ ਤੇਰੇ ਕੋਲ ਕਿਵੇਂ ਤੈਨੂੰ ਮਿਲਣ ਲਈ ਆਉਣਗੇ। ਤੇ ਉਸ ਮਾਈ ਭਾਗਪਰੀ ਨੇ ਇੱਕ ਹੀ ਬਚਨ ਕੀਤਾ ਸੀ ਕਿ ਪਿੰਡ ਦੇ ਲੋਕੋ, ਜੇ ਮੇਰੇ ਵਿੱਚ ਪਿਆਰ ਹੋਵੇਗਾ, ਮੇਰੇ ਅੰਦਰ ਸ਼ਰਧਾ ਹੋਵੇਗੀ, ਤੇ ਮੇਰਾ ਗੁਰੂ ਦਰਸ਼ਨ ਦੇਣ ਦੇ ਲਈ ਮੈਨੂੰ ਜ਼ਰੂਰ ਆਏਗਾ। ਤੇ ਉਹ ਸਮਾਂ ਆਇਆ ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਕਸ਼ਮੀਰ ਦੇ ਵਿੱਚ ਜਾ ਕੇ ਮਾਈ ਭਾਗਪਰੀ ਨੂੰ ਦਰਸ਼ਨ ਦਿੱਤੇ। ਤੇ ਉਸ ਦਾ ਅੰਤ ਵਾਲਾ ਸਮਾਂ ਵੀ ਆਇਆ ਸੀ, ਤੇ ਆਪ ਸਤਿਗੁਰੂ ਜੀ ਨੇ ਸਾਰਾ ਉਸ ਮਾਈ ਭਾਗਪਰੀ ਦਾ ਅੰਤ ਵਾਲਾ ਜਿਹੜਾ ਸਮਾਂ ਸੀ ਉਹ ਸੰਭਾਲਿਆ, ਸਾਰੀ ਕਿਰਿਆ ਕੀਤੀ। ਜਿਹਦੇ ਮਨ ਦੇ ਵਿੱਚ ਦਰਸ਼ਨਾਂ ਦੀ ਤਾਂਘ ਹੈ, ਦਰਸ਼ਨਾਂ ਦੀ ਇੱਛਾ ਹੈ, ਤੇ ਗੁਰੂ ਸਾਹਿਬ ਜੀ ਉਹਨੂੰ ਦਰਸ਼ਨ ਦਿੰਦੇ ਵੀ ਨੇ। ਜੇ ਸਾਡੇ ਮਨ ਦੇ ਵਿੱਚ ਦਰਸ਼ਨਾਂ ਦੀ ਇੱਛਾ ਹੀ ਨਹੀਂ ਹੈ ਤੇ ਦਰਸ਼ਨ ਕਿਵੇਂ ਹੋ ਜਾਣਗੇ। ਇਸ ਕਰਕੇ ਹੇ ਸਤਿਗੁਰੂ ਜੀ, ਇਹ ਕਿਰਪਾ ਕਰੋ, ਮੇਰੇ ਮਨ ਦੇ ਵਿੱਚ ਦਰਸ਼ਨਾਂ ਦੀ ਬੜੀ ਭਾਰੀ ਲੋਚਾ ਹੈ, ਤੇ ਇਹ ਪਿਆਸ ਲੱਗੀ ਹੈ ਮੇਰੇ ਮਨ ਦੇ ਵਿੱਚ, ਇਹ ਕਿਰਪਾ ਕਰੋ ਮੈਨੂੰ ਦਰਸ਼ਨ ਦੇ ਦਿਓ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਬਚਨ ਕਰਦੇ ਹਨ, ਚੇਤ ਦੇ ਮਹੀਨੇ ਦੁਆਰਾ ਬਚਨ ਕਰਦੇ ਹਨ। ਚੇਤ ਮਿਲਾਏ ਸੋ ਪ੍ਰਭੂ, ਕਹਿੰਦੇ ਭਾਈ
ਐਸੇ ਜਿਹੜੇ ਮਹਾਤਮਾ ਜਨ ਨੇ, ਸੰਤ ਪਿਆਰੇ ਨੇ, ਗੁਰੂ ਦੇ ਭਗਤ ਨੇ, ਜਿਹੜੇ ਗੁਰੂ ਦੇ ਪਿਆਰਿਆਂ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਨੇ। ਕਹਿੰਦੇ ਤਿਸ ਕੈ ਪਾਏ ਲੱਗਾ, ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਐਸੇ ਜਿਹੜੇ ਗੁਰੂ ਦੇ ਪਿਆਰੇ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਕ ਹੁੰਦੇ ਨੇ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਲੱਗਦਾ ਹਾਂ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਲੱਗਣਾ ਕਰੀਏ। ਐਸੇ ਗੁਰੂ ਦੇ ਪਿਆਰੇ, ਉਹਨਾਂ ਦਾ ਸਤਿਕਾਰ ਮਾਣ ਕਰੀਏ, ਜਿਹੜੇ ਸਰਬੱਤ ਸੰਗਤਾਂ ਨੂੰ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜ ਰਹੇ ਨੇ, ਜਿਹੜੇ ਪਰਮਾਤਮਾ ਵਾਹਿਗੁਰੂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਸੰਗਤਾਂ ਨੂੰ ਵਿੱਚ ਬਿਠਾਉਂਦੇ ਨੇ, ਸੰਗਤਾਂ ਪਰਮਾਤਮਾ ਦਾ ਨਾਮ ਜਪਦੀਆਂ ਨੇ। ਤੇ ਐਸੇ ਗੁਰੂ ਦੇ ਪਿਆਰੇ ਜਿਹੜੇ ਨੇ, ਉਹਨਾਂ ਦੇ ਚਰਨਾਂ ਵਿੱਚ ਲੱਗਣਾ ਕਰੀਏ, ਉਹਨਾਂ ਦਾ ਸਤਿਕਾਰ ਕਰੀਏ। ਤੇ ਸਾਧ ਸੰਗਤ ਜੀ, ਇਹ ਜੋ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਚੇਤ ਦੇ ਮਹੀਨੇ ਦੁਆਰਾ ਜੋ ਸਰਬੱਤ ਸੰਗਤਾਂ ਦੇ ਤਾਈਂ ਇਹ ਬਚਨ ਕੀਤੇ ਨੇ ਭਾਈ, ਇਹ ਜੋ ਚੇਤ ਦਾ ਮਹੀਨਾ ਤਾਂ ਹੀ ਸਾਡਾ ਸਫਲਾ ਹੈ ਜੇ ਅਸੀਂ ਪਰਮਾਤਮਾ ਵਾਹਿਗੁਰੂ ਦੀ ਅਰਾਧਨਾ ਕਰਦੇ ਹਾਂ, ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਪਰਮਾਤਮਾ ਦਾ ਨਾਮ ਜਪਦੇ ਹਾਂ। ਅਸੀਂ ਹੋਰ ਕਿਸੇ ਤੇ ਆਸ ਨਹੀਂ ਰੱਖਦੇ, ਇੱਕ ਪਰਮਾਤਮਾ ਵਾਹਿਗੁਰੂ ਤੇ ਆਸ ਹੈ। ਸੁੱਖ ਦੇ ਵਿੱਚ ਵੀ, ਦੁੱਖ ਦੇ ਵਿੱਚ ਵੀ, ਕੋਈ ਵੀ ਸਮਾਂ ਜ਼ਿੰਦਗੀ ਦੇ ਵਿੱਚ ਆ ਜਾਵੇ, ਕਿਉਂਕਿ ਮਹਾਰਾਜ ਬਚਨ ਕਰਦੇ ਨੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਜ਼ਿੰਦਗੀ ਦੇ ਵਿੱਚ ਇਹ ਦੋ ਕੱਪੜੇ ਪਾਏ ਨੇ ਸਰੀਰ ਦੇ ਉੱਪਰ, ਕਦੀ ਸੁੱਖ ਵੀ ਆਉਣਾ ਹੈ, ਕਦੀ ਦੁੱਖ ਵੀ ਆਉਣਾ ਹੈ, ਪਰ ਦੁੱਖ ਦੇ ਵਿੱਚ ਕਦੀ ਵੀ ਪਰਮਾਤਮਾ ਵਾਹਿਗੁਰੂ ਦਾ ਪੱਲਾ ਨਾ ਛੱਡੀਏ, ਹਮੇਸ਼ਾ ਹੀ ਪਰਮਾਤਮਾ ਵਾਹਿਗੁਰੂ ਦਾ ਨਾਮ ਜਪੀਏ। ਕਿਉਂਕਿ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਕਿਉਂ ਨਾ ਹੋਵੇ, ਉਹ ਵੀ ਦੁਖੀ ਹੁੰਦਾ ਹੈ, ਪਰ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਏ ਉਹ ਭਾਈ ਸੁਖੀ ਹੋ ਜਾਂਦਾ ਏ, ਉਸ ਨੂੰ ਸੁੱਖ ਮਿਲਦੇ ਨੇ, ਉਹਦੇ ਅੰਦਰ ਖੇੜਾ ਆ ਜਾਂਦਾ ਹੈ, ਉਸ ਨੂੰ ਟਿਕਾ ਮਿਲਦਾ ਹੈ, ਉਸ ਦੇ ਮਨ ਨੂੰ ਸਕੂਨ ਮਿਲਦਾ ਹੈ ਤੇ ਘਣਾ ਆਨੰਦ ਪ੍ਰਾਪਤ ਹੁੰਦਾ ਹੈ, ਜਿਹੜਾ ਸਰੀਰ ਬਿਨਸਣ 'ਤੇ ਵੀ ਜਿਹੜਾ ਆਨੰਦ ਖਤਮ ਨਹੀਂ ਹੁੰਦਾ। ਐਸਾ ਆਨੰਦ ਅਸੀਂ ਪ੍ਰਾਪਤ ਕਰੀਏ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ। ਸੋ ਆਪ ਸਰਬੱਤ ਸੰਗਤਾਂ ਨੇ ਇਹ 12 ਮਾਹ ਦੀ ਬਾਣੀ ਜੋ ਚੇਤ ਦੇ ਮਹੀਨੇ ਦੁਆਰਾ ਜੋ ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ। ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ। ਆਓ ਹੁਣ ਸਾਧ ਸੰਗਤ ਜੀ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।